ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਤੁਸੀਂ ਸਾਰੇ ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਵੋਗੇ। ਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਅੱਜ ਇੱਕ ਨਵਾਂ ਵਲੌਗ। ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਅਕੋਮੋਡੇਸ਼ਨ ਕਿੱਦਾਂ ਲੱਭ ਸਕਦੇ ਹੋ। ਲਾਈਕ ਕੈਨੇਡਾ ਦੇ ਵਿੱਚ ਅਕੋਮੋਡੇਸ਼ਨ ਫਾਈਂਡ ਕਰਨ ਦੇ ਲਈ ਕਿਹੜੀ ਐਪ ਤੁਹਾਡੀ ਹੈਲਪ ਕਰਦੀ ਹੈ, ਕੀ ਰਿਕੁਆਇਰਮੈਂਟਸ ਹੁੰਦੀਆਂ ਵਾ, ਕਿੰਨਾ ਰੈਂਟ ਪੇ ਕਰਨਾ ਪੈਂਦਾ, ਸਾਰਾ ਕੁਝ ਆਪਾਂ ਅੱਜ ਦੇ ਵਲੌਗ ਦੇ ਵਿੱਚ ਕਰਾਂਗੇ ਡਿਸਕਸ। ਨਾਲੇ ਤੁਹਾਨੂੰ ਦੱਸਾਂਗੇ ਕਿ ਤੁਸੀਂ ਜੇਕਰ ਇੰਡੀਆ ਤੋਂ ਆ ਰਹੇ ਹੋ ਤਾਂ ਤੁਸੀਂ ਇੰਡੀਆ ਤੋਂ ਹੀ ਕਿੱਦਾਂ ਅਕੋਮੋਡੇਸ਼ਨ ਲੱਭ ਸਕਦੇ ਹੋ, ਕਿਹੜੇ ਤਰੀਕੇ ਆ ਅਕੋਮੋਡੇਸ਼ਨ ਲੱਭਣ ਦੇ, ਕਿਵੇਂ ਤੁਸੀਂ ਇੱਕ ਚੀਪ ਅਕੋਮੋਡੇਸ਼ਨ ਲੱਭ ਸਕਦੇ ਹੋ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਕਰਦੇ ਆਪਾਂ ਸਟਾਰਟ। ਸੋ ਕੈਨੇਡਾ ਦੇ ਵਿੱਚ ਜਿਵੇਂ ਆਪਾਂ ਸਭ ਨੂੰ ਪਤਾ ਵਾ ਕਿ ਮੋਸਟਲੀ ਜਿਹੜੇ ਲੋਕ ਆ ਉਹ ਬੇਸਮੈਂਟਸ ਪ੍ਰੈਫਰ ਕਰਦੇ ਆ ਰੈਂਟ ਤੇ ਲੈਣ ਦੇ ਲਈ। ਸੋ ਬੇਸਮੈਂਟ ਦਾ ਮਤਲਬ ਕੀ ਹੁੰਦਾ? ਅਪਰ ਫਲੋਰ ਜਿਹੜਾ ਹੁੰਦਾ ਉਹ ਘਰ ਦਾ ਹੁੰਦਾ, ਨੀਚੇ ਜਿਵੇਂ ਆਪਾਂ ਇੱਕ ਕਹਿ ਦਿੰਦੇ ਆ ਕਿ ਬੇਸ ਦੇ ਵਿੱਚ ਲਾਈਕ ਨੀਚੇ ਬੇਸਮੈਂਟ ਬਣੀ ਵੀ ਹੁੰਦੀ ਆ, ਉਹਨੂੰ ਇੱਥੇ ਬੇਸਮੈਂਟ ਕਿਹਾ ਜਾਂਦਾ। ਸੋ ਬੇਸਮੈਂਟ ਵੀ ਅੱਗੇ ਬੜੇ ਤਰ੍ਹਾਂ ਦੀ ਹੁੰਦੀ ਆ ਹਨਾ। ਬੇਸਮੈਂਟ ਸਿੰਗਲ ਬੈਡਰੂਮ ਬੇਸਮੈਂਟ ਹੋ ਗਈ ਜਿਹਦੇ ਵਿੱਚ ਇੱਕ ਰੂਮ ਬਣਿਆ ਹੁੰਦਾ, ਕਿਚਨ ਬਣੀ ਹੁੰਦੀ ਹੈ ਤੇ ਵਾਸ਼ਰੂਮ ਹੁੰਦਾ ਗਾ, ਤੇ ਇੱਕ ਛੋਟਾ ਜਿਹਾ ਲਿਵਿੰਗ ਏਰੀਆ ਆ ਜਾਂਦਾ ਵਾ, ਤੇ ਉਹ ਬੇਸਮੈਂਟ ਆਉਂਦੀ ਆ। ਉਸ ਬੇਸਮੈਂਟ ਦਾ ਰੈਂਟ ਜਿਹੜਾ ਵਾ ਲਾਈਕ ਅੱਜ ਦੇ ਟਾਈਮ ਦੇ ਵਿੱਚ 2021 ਦੇ ਵਿੱਚ ਜਿਹੜਾ ਵਾ ਉਹ 1200 ਹੈਗਾ ਵਾ। ਲਾਈਕ ਬ੍ਰੈਂਪਟਨ ਜੇ ਆਪਾਂ ਐਵਰੇਜ ਲਾ ਕੇ ਚੱਲੀਏ ਹਨਾ, $1200 ਇੱਕ ਸਿੰਗਲ ਬੈਡਰੂਮ ਬੇਸਮੈਂਟ ਦਾ ਜਿਹੜਾ ਰੈਂਟ ਆਉਂਦਾ। ਸੋ ਉਹਦੇ ਵਿੱਚ ਜਿਹੜੀ ਅਥਾਰਟੀ ਹੁੰਦੀ ਉਹਦੇ ਵਿੱਚ ਲਾਈਕ ਦੋ ਬੰਦੇ ਰਹਿ ਸਕਦੇ ਉਸ ਬੇਸਮੈਂਟ ਦੇ ਵਿੱਚ ਲੀਗਲ ਤੌਰ ਤੇ ਉਹ ਬੇਸਮੈਂਟ ਦੇ ਵਿੱਚ ਕਈ ਵਾਰ ਚਲੋ ਐਡਜਸਟ ਤਿੰਨ ਵੀ ਹੋ ਜਾਂਦੇ ਨੇ। ਸੋ $1200 ਪਲੱਸ ਕਈ ਵਾਰ ਯੂਟਿਲਿਟੀ ਵੀ ਹੁੰਦੀ ਉਹਦੇ ਵਿੱਚ ਹਨਾ, ਕਿ ਸਾਨੂੰ 20% ਯੂਟਿਲਿਟੀ ਚਾਹੀਏ, 30% ਯੂਟਿਲਿਟੀ ਮੀਨਸ ਕਿ ਜਿਹੜਾ ਤੁਹਾਡਾ ਇਲੈਕਟ੍ਰਿਸਿਟੀ ਬਿੱਲ ਹੋ ਗਿਆ, ਵਾਟਰ ਬਿੱਲ ਹੋ ਗਿਆ, ਜਾਂ ਕਈ ਵਾਰ ਓਨਰ ਨਾਲ ਤੁਸੀਂ ਵਾਈਫਾਈ ਸ਼ੇਅਰ ਕਰਦੇ ਹੋ ਤਾਂ ਉਹ ਸਾਰਾ ਕੁਝ ਯੂਟਿਲਿਟੀਜ਼ ਦੇ ਵਿੱਚ ਇਨਕਲੂਡ ਹੋ ਜਾਂਦਾ। ਜਿਵੇਂ ਆਪਣੇ ਇੰਡੀਆ ਦੇ ਵਿੱਚ ਬਿੱਲ ਬੱਤੀ ਹੁੰਦੀ ਆ ਨਾ, ਜਿਵੇਂ ਪਿੰਡਾਂ ਵਿੱਚ ਤਾਂ ਇਕੱਲੇ ਆਪਾਂ ਨੂੰ ਬਿਜਲੀ ਦਾ ਹੀ ਆਉਂਦਾ ਜਾਂ ਪਾਣੀ ਦਾ ਆਉਂਦਾ ਹੁੰਦਾ, ਇੱਥੇ ਬਿਜਲੀ ਦਾ ਵੀ ਆਉਂਦਾ, ਪਾਣੀ ਦਾ ਵੀ ਆਉਂਦਾ, ਇੱਕ ਇੱਥੇ ਹੀਟਿੰਗ ਦਾ ਹੁੰਦਾ ਨਾ, ਉਹ ਸਾਰੇ ਬਿੱਲ ਆਉਂਦੇ ਨੇ, ਗੈਸ ਦਾ ਵੀ ਆਉਂਦਾ। ਸੋ ਉਹ ਸਾਰੇ ਬਿੱਲ ਹੁੰਦੇ ਨੇ। ਸੋ ਉਹਨੂੰ ਇੱਥੇ ਯੂਟਿਲਿਟੀ ਕਿਹਾ ਜਾਂਦਾ ਹਨਾ। ਸੋ ਉਹਦੇ ਵਿੱਚ ਕਈ ਵਾਰੀ ਆਪਾਂ ਨੂੰ ਓਨਰ ਡਿਪੈਂਡ ਕਰਦਾ, ਕਈ ਵਾਰ ਤਾਂ ਤੁਹਾਨੂੰ ਰੈਂਟ ਦੇ ਵਿੱਚ ਹੀ ਕਹਿ ਦਿੰਦਾ ਵੀ ਸਾਨੂੰ ਟੋਟਲ ਰੈਂਟ ਦੇ ਦਿਓ, ਜਾਂ ਫਿਰ ਉਹ ਕਹਿ ਦਿੰਦਾ ਕਿ $1200 ਸਾਨੂੰ ਪਲੱਸ ਯੂਟਿਲਿਟੀ, ਪਲੱਸ ਮਤਲਬ ਕਿ ਉਹਦੇ ਉੱਤੇ ਯੂਟਿਲਿਟੀ ਸਾਨੂੰ 20% ਜਾਂ 30%। ਸੋ ਇਹ ਤਾਂ ਹੈਗਾ ਸਿੰਗਲ ਬੈਡਰੂਮ ਬੇਸਮੈਂਟ। ਹੁਣ ਆਪਾਂ ਗੱਲ ਕਰਦੇ ਹਾਂ ਡਬਲ ਬੈਡਰੂਮ ਬੇਸਮੈਂਟ। ਸਰ ਡਬਲ ਬੈਡਰੂਮ ਬੇਸਮੈਂਟ ਦੇ ਵਿੱਚ ਬਾਕੀ ਤਾਂ ਲਾਈਕ ਵਾਸ਼ਰੂਮ ਵੀ ਇੱਕ ਹੀ ਹੁੰਦਾ ਵਾ, ਕਈਆਂ ਦੇ ਵਿੱਚ ਦੋ ਹੁੰਦੇ ਆ, ਬਟ ਬੇਸਿਕਲੀ ਇੱਕ ਵਾਸ਼ਰੂਮ ਹੁੰਦਾ, ਕਿਚਨ ਇੱਕ ਹੁੰਦੀ ਆ, ਰੂਮਸ ਆ ਜਾਂਦੇ ਆ ਦੋ। ਸੋ 2 ਬੈਡਰੂਮ ਬੇਸਮੈਂਟ ਦਾ ਜਿਹੜਾ ਰੈਂਟ ਆ ਜਾਂਦਾ ਵਾ 1600 ਤੱਕ ਤਾਂ ਹੈਗਾ ਹੀ ਹੈਗਾ ਵਾ। ਬਾਕੀ ਲਾਈਕ ਰੈਂਟ ਜਿਹੜਾ ਵਾ ਉਹ ਲੋਕੇਸ਼ਨਸ ਦੇ ਉੱਤੇ ਕਾਫੀ ਡਿਪੈਂਡ ਕਰਦਾ ਹੁੰਦਾ ਕਿ ਕਿਵੇਂ ਦੀ ਲੋਕੇਸ਼ਨ ਦੇ ਉੱਤੇ ਤੁਸੀਂ ਬੇਸਮੈਂਟ ਲੈ ਰਹੇ ਹੋ। ਯੂਜ਼ਲੀ ਜਿਹੜੀ ਡਬਲ ਬੈਡਰੂਮ ਬੇਸਮੈਂਟ ਹੁੰਦੀ ਆ ਉਹਦਾ ਪ੍ਰਾਈਸ ਸਿੰਗਲ ਬੈਡਰੂਮ ਬੇਸਮੈਂਟ ਨਾਲੋਂ ਜ਼ਿਆਦਾ ਹੁੰਦਾ। ਸੋ ਜੇ ਆਪਾਂ ਇੱਕ ਐਵਰੇਜ ਲੈ ਕੇ ਚੱਲੀਏ ਤਾਂ $1500 ਅੱਜ ਕੱਲ੍ਹ ਬਰੈਂਪਟਨ ਦੇ ਵਿੱਚ $1500 ਦੀ ਬੇਸਮੈਂਟ ਹੈਗੀ ਹੈ, ਜਿਹਦੇ ਵਿੱਚ ਤੁਹਾਨੂੰ ਪਾਰਕਿੰਗ ਆਪਸ਼ਨ ਹੁੰਦੀ ਹੈ ਕਿ ਇੱਕ ਪਾਰਕਿੰਗ ਆ ਜਾਂ 2 ਪਾਰਕਿੰਗ, ਪਰ ਇੱਕ ਪਾਰਕਿੰਗ ਹੀ ਹੁੰਦੀ ਆ। ਸੇਮ ਹੀ ਸਿੰਗਲ ਬੈਡਰੂਮ ਦੇ ਵਿੱਚ ਹੁੰਦੀ ਹੈ, ਤੁਹਾਨੂੰ ਇੱਕ ਪਾਰਕਿੰਗ ਹੁੰਦੀ ਆ। ਸੋ ਡਬਲ ਬੈਡਰੂਮ ਦਾ ਬੇਸਮੈਂਟ ਜਿੱਦਾਂ ਤੁਹਾਨੂੰ ਪਵਨ ਨੇ ਦੱਸਿਆ ਕਿ $1500 ਐਵਰੇਜ ਚੱਲਦੀ ਆ, ਪਲੱਸ ਉਹਦੇ ਵਿੱਚ ਵੀ ਯੂਟਿਲਿਟੀ ਸੇਮ ਹੀ ਹੁੰਦੀ ਹੈ ਵੀ ਤੁਹਾਨੂੰ 30% ਯੂਟਿਲਿਟੀ ਜਾਂ 40%। ਉਹਦੀ ਯੂਟਿਲਿਟੀ ਥੋੜੀ ਜਿਹੀ ਜ਼ਿਆਦਾ ਹੁੰਦੀ ਆ ਕਿਉਂਕਿ ਉਹ 2 ਬੈਡਰੂਮ ਹੁੰਦੇ ਆ। ਸੋ ਉਹਦੇ ਵਿੱਚ 4 ਜਣੇ ਤੁਸੀਂ ਰਹਿ ਸਕਦੇ ਹੋ, ਲਾਈਕ 2 ਜਣੇ ਰੂਮ ਸ਼ੇਅਰ ਕਰ ਸਕਦੇ ਨੇ। ਬਾਕੀ ਸੇਮ ਚੀਜ਼ ਕਿ ਡਿਪੈਂਡ ਕਰਦਾ ਓਨਰ ਤੇ ਕਿ ਓਨਰ ਨੇ ਤੁਹਾਨੂੰ ਕਿੰਨੇ ਜਣੇ ਅਲਾਉ ਕਰ ਸਕਦਾ। ਬਟ ਇੱਕ ਚੀਜ਼ ਹੋਰ ਜਿਹੜੀ ਮੇਨ ਧਿਆਨ ਰੱਖਣ ਵਾਲੀ ਆ ਕਿ ਬੇਸਮੈਂਟ ਲੀਗਲ ਹੋਣੀ ਚਾਹੀਦੀ ਆ। ਲੀਗਲ ਮੀਨਸ ਉਹਦੇ ਵਿੱਚ ਅਕੋਰਡਿੰਗ ਟੂ ਲਾਅ ਕਾਨੂੰਨ ਦੇ ਅਕੋਰਡਿੰਗ ਬਣੀ ਹੋਣੀ ਚਾਹੀਦੀ ਹੈ ਨਾ। ਉਹਦੇ ਵਿੱਚ ਲਾਈਕ ਇਨ ਕੇਸ ਕਿ ਜਿਹੜੀਆਂ ਵਿੰਡੋਜ਼ ਆ ਉਹਦਾ ਸਾਈਜ਼ ਕਿੰਨਾ ਕੁ ਹਨਾ, ਤੇ ਜੇ ਕੱਲ੍ਹ ਨੂੰ ਘਰ ਨੂੰ ਅੱਗ ਲੱਗਦੀ ਆ ਉਹਦੇ ਵਿੱਚ ਲਾਈਕ ਸੇਫਟੀ ਕਿੰਨੀ ਕੁ, ਉਹ ਸਾਰੀਆਂ ਚੀਜ਼ਾਂ ਇਨਕਲੂਡ ਹੁੰਦੀਆਂ ਹਨਾ। ਤੇ ਜੇ ਲੀਗਲ ਬੇਸਮੈਂਟ ਬਣੀ ਹੋਵੇ ਤਾਂ ਥੋੜਾ ਜਿਹਾ ਆਪਾਂ ਨੂੰ ਵੀ ਹਨਾ ਸਹੀ ਰਹਿੰਦਾ। ਬਟ ਮੋਸਟਲੀ ਕਈ ਵਾਰੀ ਇਲੀਗਲ ਬੇਸਮੈਂਟਾਂ ਵੀ ਹੁੰਦੀਆਂ ਇੱਥੇ ਹਨਾ, ਪਰ ਸਾਰਾ ਕੁਝ ਹੀ ਚੱਲੀ ਜਾਂਦਾ ਇੱਥੇ। ਚਲੋ ਆਪਾਂ ਮੇਨ ਟੌਪਿਕ ਤੇ ਆਈਏ ਨਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਤੀਜੀ ਆਪਸ਼ਨ ਕਿਹੜੀ ਹੁੰਦੀ ਆ ਨਾ। ਤੀਜੀ ਬੇਸਮੈਂਟ ਨੂੰ ਵਾਕਆਊਟ ਬੇਸਮੈਂਟ ਕਿਹਾ ਜਾਂਦਾ। ਸੋ ਵਾਕਆਊਟ ਬੇਸਮੈਂਟ ਕੀ ਹੁੰਦੀ ਆ? ਵਾਕਆਊਟ ਬੇਸਮੈਂਟ ਹੁੰਦੀ ਹੈ ਕਿ ਤੁਹਾਡੀ ਗਰਾਊਂਡ ਫਲੋਰ ਤੇ ਵੀ ਹੁੰਦੀ ਆ ਐਂਡ ਤੁਹਾਡੀ ਲਾਈਕ ਥੋੜੀ ਨੀਚੇ ਹੁੰਦੀ ਆ, ਥੋੜੀ ਉੱਪਰ ਹੁੰਦੀ ਆ। ਉਹਦੇ ਵਿੱਚ ਏਦਾਂ ਹੁੰਦਾ ਵਾ ਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਬੇਸਮੈਂਟ ਦੇ ਵਿੱਚ ਰਹਿੰਦੇ ਆ। ਵਾਕਆਊਟ ਬੇਸਮੈਂਟ ਦੇ ਵਿੱਚ ਤੁਹਾਨੂੰ ਏਦਾਂ ਲੱਗਦਾ ਕਿ ਘਰ ਦੇ ਵਿੱਚ ਹੀ ਰਹਿੰਦੇ, ਕਿਉਂਕਿ ਪ੍ਰੋਪਰ ਰੋਸ਼ਨੀ ਆਉਂਦੀ ਆ, ਪ੍ਰੋਪਰ ਹੀਟ ਆਉਂਦੀ ਆ। ਸੋ ਉਹਦਾ ਪ੍ਰਾਈਸ ਜਿਹੜਾ ਹੁੰਦਾ ਵਾ ਦੂਜੀ ਬੇਸਮੈਂਟ ਦੇ ਨਾਲੋਂ ਜ਼ਿਆਦਾ ਹੁੰਦਾ। ਉਹਦੇ ਨਾਲ ਥੋੜਾ ਜਿਹਾ $100-200 ਦਾ ਫਰਕ ਹੁੰਦਾ। ਜੇ ਆਪਾਂ ਨੂੰ ਡਬਲ ਬੈਡਰੂਮ 1500 ਦੀ ਮਿਲ ਰਹੀ ਆ ਤਾਂ ਉਹ $1700 ਦੀ ਬੇਸਮੈਂਟ ਹੁੰਦੀ ਆ। ਉਹਦੇ ਵਿੱਚ ਵੀ ਸੇਮ ਹੀ 2 ਰੂਮ ਹੁੰਦੇ ਆ ਜਾਂ 3 ਰੂਮ ਹੁੰਦੇ ਆ। 2 ਰੂਮ ਹੁੰਦੇ ਆ, ਫਿਰ ਉਹੀ 4 ਜਣੇ ਉਹਦੇ ਵਿੱਚ 4 ਜਣੇ ਰਹਿ ਸਕਦੇ ਨੇ। ਦੂਸਰੀਆਂ ਬੇਸਮੈਂਟਸ ਤਾਂ ਤੁਹਾਨੂੰ ਨਾਰਮਲ ਮਿਲ ਜਾਂਦੀਆਂ, ਵਾਕਆਊਟ ਬੇਸਮੈਂਟ ਥੋੜੀਆਂ ਘੱਟ ਮਿਲਦੀਆਂ। ਸੋ ਹੁਣ ਆਪਾਂ ਨੂੰ ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਬੇਸਮੈਂਟ ਹੀ ਲੈ ਲਈਏ, ਸ਼ਾਇਦ ਆਪਾਂ ਨੂੰ ਸਸਤੀ ਪੈ ਜੇ, ਪਰ ਨਹੀਂ।
ਬੇਸਮੈਂਟ ਦੇ ਨਾਲੋਂ ਤੁਹਾਨੂੰ ਘਰ ਜ਼ਿਆਦਾ ਸਸਤਾ ਪੈਂਦਾ। ਜਾਂ ਬਟ ਉਹਦੇ ਵਿੱਚ ਏਦਾਂ ਹੁੰਦਾ ਵਾ ਕਿ ਕਈ ਵਾਰ ਆਪਾਂ ਨੂੰ ਹੁੰਦਾ ਵਾ ਕਿ ਜੇ ਆਪਾਂ ਘਰ ਲਵਾਂਗੇ ਤਾਂ ਆਪਾਂ ਨੂੰ ਕਿਸੇ ਨਾਲ ਸ਼ੇਅਰ ਕਰਨਾ ਪੈਂਦਾ ਤੇ ਸ਼ੇਅਰਿੰਗ ਦੇ ਵਿੱਚ ਬਣਦੀ ਬਹੁਤ ਔਖੀ ਹੁੰਦੀ ਆ। ਸੋ ਤਾਂ ਕਰਕੇ ਲਾਈਕ ਲੋਕੀ ਜ਼ਿਆਦਾ ਜਿਹੜੇ ਉਹ ਬੇਸਮੈਂਟ ਪ੍ਰੈਫਰ ਕਰਦੇ, ਕਿਉਂਕਿ ਬੇਸਮੈਂਟ ਦੇ ਵਿੱਚ ਮੰਨ ਲਓ ਕਿ ਕੋਈ ਹਸਬੈਂਡ ਵਾਈਫ ਆ, ਸੋ ਉਹ ਦੋਨੋਂ ਹੀ ਬੇਸਮੈਂਟ ਲੈਣਗੇ। ਸੋ ਉਹਨਾਂ ਦੀ ਆਪਦੀ ਪ੍ਰਾਈਵੇਸੀ ਹੋ ਜਾਊਗੀ ਕਿ ਉਹਨਾਂ ਨੂੰ ਉਹ ਫਲੋਰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਪਊਗਾ, ਕਿਉਂਕਿ ਜਦੋਂ ਸ਼ੇਅਰ ਕਰਨਾ ਪੈਂਦਾ ਵਾ ਫਿਰ ਡਿਊਟੀਜ਼ ਡਿਵਾਈਡ ਹੁੰਦੀ ਆ, ਕੋਈ ਘਰ ਕਲੀਨ ਨਹੀਂ ਕਰਦਾ, ਉਹਦੇ ਕਰਕੇ ਲੋਕਾਂ ਦੀਆਂ ਬਹੁਤ ਪ੍ਰੋਬਲਮਸ ਆਉਂਦੀਆਂ। ਇਸ ਚੱਕਰ ਦੇ ਵਿੱਚ ਜਿਹੜੇ ਬਹੁਤ ਲੋਕੀ ਜਿਹੜੇ ਉਹ ਬੇਸਮੈਂਟ ਨੂੰ ਹੀ ਪ੍ਰੈਫਰ ਕਰਦੇ ਆ। ਸੋ ਹੁਣ ਆਪਾਂ ਘਰ ਦੀ ਗੱਲ ਕਰੀਏ ਤੇ ਘਰ ਦਾ ਕੀ ਪ੍ਰਾਈਸ ਹੈ ਤੇ ਕਿੰਨੇ ਬੈਡਰੂਮ ਹੁੰਦੇ ਨੇ। ਘਰ ਇੱਥੇ 2 ਬੈਡਰੂਮ ਘਰ ਵੀ ਹੁੰਦਾ ਹਨਾ, 3 ਬੈਡਰੂਮ ਘਰ, 4 ਬੈਡਰੂਮ ਘਰ, 5 ਬੈਡਰੂਮ ਘਰ। ਤੇ ਸਟਾਰਟ ਕਰਦੇ ਆ ਆਪਾਂ 2 ਜਾਂ 3 ਬੈਡਰੂਮ ਤੋਂ। 3 ਬੈਡਰੂਮ ਘਰ ਦਾ ਜਿਹੜਾ ਰੈਂਟ ਆ ਉਹ $2300 ਹੁੰਦਾ। 3 ਬੈਡਰੂਮ ਘਰ ਹੁੰਦਾ, ਉਹਦੇ ਵਿੱਚ ਤੁਹਾਨੂੰ 2 ਫੁੱਲ ਵਾਸ਼ਰੂਮ ਮਿਲਦੇ ਆ, 1 ਸਮਾਲ ਵਾਸ਼ਰੂਮ ਹੁੰਦਾ ਜਿਹਨੂੰ ਪਾਊਡਰ ਰੂਮ ਕਿਹਾ ਜਾਂਦਾ ਇੱਥੇ। ਤੇ 2300 ਆਪਣਾ ਉਹਦਾ ਰੈਂਟ ਹੁੰਦਾ, ਪਲੱਸ ਉਹਦੀ ਯੂਟਿਲਿਟੀ ਹੁੰਦੀ ਆ ਹਨਾ। ਤੁਹਾਨੂੰ ਯੂਟਿਲਿਟੀ ਜੇਕਰ ਲਾਈਕ ਉਹਦੀ ਬੇਸਮੈਂਟ ਅਲੱਗ ਰੈਂਟ ਤੇ ਚੜੀ ਹੋਈ ਹੈ ਤਾਂ ਤੁਹਾਨੂੰ 70% ਯੂਟਿਲਿਟੀ ਪੇ ਕਰਨੀ ਪੈਂਦੀ ਆ, ਤੇ ਜੇ ਬੇਸਮੈਂਟ ਨਹੀਂ ਹੈਗੀ ਤਾਂ ਫਿਰ ਉਹ ਤੁਹਾਨੂੰ ਸਾਰਾ ਹੀ ਮਤਲਬ ਕਿ 100% ਹੀ ਪੇ ਕਰਨਾ ਪੈਂਦਾ। 2300 ਪਲੱਸ ਬਿੱਲ ਬੱਤੀਆਂ ਲੱਗਦੀਆਂ। ਬਟ ਉਹਦੇ ਵਿੱਚ ਇਹ ਆ ਜਾਂਦਾ ਹਨਾ ਕਿ ਜੇਕਰ ਤੁਸੀਂ 4 ਜਣੇ ਰਹਿ ਰਹੇ ਹੋ, 5 ਜਣੇ ਵੀ ਸ਼ੇਅਰ ਕਰ ਲਓਗੇ ਹਨਾ, 5 ਜਾਂ 6 ਜਣੇ ਤੱਕ ਵੀ ਰਹਿ ਜਾਂਦੇ ਹਨਾ, ਤਾਂ ਉਹਦੇ ਕਰਕੇ ਥੋੜਾ ਡਿਵਾਈਡ ਕਰਕੇ ਨਾ ਤੁਹਾਨੂੰ ਰੈਂਟ ਘੱਟ ਹੋ ਜਾਂਦਾ, ਥੋੜੀ ਜਿਹੀ ਇੰਡੀਪੈਂਡੈਂਸ ਹੋ ਜਾਂਦੀ ਹਨਾ, ਕਿ ਲਾਈਕ ਤੁਸੀਂ ਕਿਸੇ ਦੇ ਅੰਡਰ ਨਹੀਂ ਨੀਚੇ ਰਹਿ ਰਹੇ ਹਨਾ, ਕਿ ਤੁਹਾਡੀ ਆਪਣਾ ਹੁੰਦਾ। ਬਟ ਉਹਦੇ ਵਿੱਚ ਰਿਸਪੌਂਸਿਬਿਲਟੀਆਂ ਬਹੁਤ ਆ ਜਾਂਦੀਆਂ ਨੇ। ਸੋ ਉਹਦੇ ਵਿੱਚ ਏਦਾਂ ਹੁੰਦਾ ਵਾ ਕਿ ਜਦੋਂ ਸਰਦੀਆਂ ਆਉਂਦੀਆਂ ਵਾ ਤੁਹਾਨੂੰ ਸਨੋ ਕਲੀਨ ਆਪ ਕਰਨੀ ਪੈਂਦੀ ਹੈ। ਜਦੋਂ ਗਾਰਬੇਜ ਬਾਹਰ ਜਾਣੀ ਹੁੰਦੀ ਹੈ, ਤੁਹਾਨੂੰ ਗਾਰਬੇਜ ਬਿਨਸ ਆਪ ਆਪਣੇ ਘਰ ਦੇ ਬਾਹਰ ਰੱਖਣੇ ਪੈਂਦੇ ਆ, ਕਿਉਂਕਿ ਬੇਸਮੈਂਟ ਵਾਲੇ ਤਾਂ ਉਹ ਨਹੀਂ ਰੱਖਦੇ, ਉਹ ਜਿਨ੍ਹਾਂ ਨੇ ਘਰ ਲਿਆ ਹੁੰਦਾ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ। ਤੁਹਾਨੂੰ ਗ੍ਰਾਸ ਕਟਿੰਗ ਆਪ ਕਰਨੀ ਪੈਂਦੀ ਹੈ, ਤੁਹਾਨੂੰ ਘਰ ਦੀ ਪ੍ਰੋਪਰ ਕਲੀਨਿੰਗ ਆਪ ਰੱਖਣੀ ਪੈਂਦੀ ਹੈ। ਸੋ ਬੇਸਿਕਲੀ ਇੱਕ ਹਿਸਾਬ ਤੇ ਤੁਸੀਂ ਘਰ ਦੇ ਓਨਰ ਹੀ ਬਣ ਜਾਂਦੇ ਹੋ। ਸਾਨੂੰ ਘਰ ਦੀ ਸਾਫ਼ ਸਫਾਈ, ਘਰ ਦਾ ਜੋ ਵੀ ਜੇ ਕੁਝ ਖਰਾਬ ਹੋਇਆ ਉਹ ਓਨਰ। ਤੇ ਇਹੀ ਕਾਰਨ ਹੁੰਦਾ ਹਨਾ ਕਿ ਜਦੋਂ ਰਲ ਕੇ ਕੋਈ ਘਰ ਲੈਂਦਾ ਤੇ ਬਹੁਤੇ ਲੋਕਾਂ ਦੇ ਵਿੱਚ ਉਹ ਚੀਜ਼ ਨਹੀਂ ਬਣਦੀ ਹਨਾ, ਕਿ ਉਹਨਾਂ ਦੀ ਅੰਡਰਸਟੈਂਡਿੰਗ ਨਹੀਂ ਹੁੰਦੀ। ਕੋਈ ਕਹਿ ਦਿੰਦਾ ਮੈਂ ਨਹੀਂ ਕੰਮ ਕਰਨਾ, ਤੂੰ ਆਹ ਨਹੀਂ ਕਰਨਾ, ਤੂੰ ਆਹ ਕਰ ਜਾ। ਕਈ ਕਹਿੰਦੇ ਕਿ ਮੈਂ ਤਾਂ ਕੰਮ ਤੇ ਆ, ਮੈਂ ਬਿਜ਼ੀ ਆ। ਉਹ ਆ ਕਿ ਤੁਹਾਡੀ ਅੰਡਰਸਟੈਂਡਿੰਗ ਦੇ ਉੱਤੇ ਆ। ਪਰ ਉਹੀ ਹੈ ਨਾ ਵੀ ਜੇਕਰ ਤੁਸੀਂ ਪੈਸੇ ਸੇਵ ਕਰਨਾ ਚਾਹੁੰਦੇ ਹੋ ਤਾਂ ਫਿਰ ਕਿਤੇ ਨਾ ਕਿਤੇ ਥੋੜਾ ਜਿਹਾ ਕੰਪਰੋਮਾਈਜ਼ ਕਰਨਾ ਪੈਣਾ ਹੈਗਾ, ਫਿਰ ਹੀ ਤੁਸੀਂ ਪੈਸੇ ਬਚਾ ਸਕਦੇ ਹੋ ਆਪਣੇ। ਨੈਕਸਟ ਗੱਲ ਕਰਦੇ ਕਿ ਜਦੋਂ ਆਪਾਂ ਘਰ ਲੈਣੇ ਆ ਤੇ ਆਪਾਂ ਨੂੰ, ਜਾਂ ਘਰ ਜਾਂ ਬੇਸਮੈਂਟ ਆਪਾਂ ਦੋਨੋਂ ਲੈਣੇ ਆ, ਤੇ ਆਪਾਂ ਨੂੰ ਰੈਂਟ ਕਿੰਨਾ ਦੇਣਾ ਪੈਂਦਾ। ਉਸ ਤੋਂ ਪਹਿਲਾਂ ਮੈਂ ਪਵਨ ਨੂੰ ਟੋਕਦਾ, ਮੈਂ ਤੁਹਾਨੂੰ ਦੱਸਦਾ ਇੱਕ ਰੈਂਟਿੰਗ ਦੇ ਨਾਮ ਤੇ ਨਾ ਇੱਕ ਸਕੈਮ ਵੀ ਬਹੁਤ ਵੱਡਾ ਚੱਲ ਰਿਹਾ। ਉਹ ਸਕੈਮ ਕੀ ਚੱਲ ਰਿਹਾ ਤੁਹਾਨੂੰ ਐਂਡ ਦੇ ਵੀਡੀਓ ਤੇ ਦੱਸਾਂਗੇ। ਸੋ ਉਹਦੇ ਵਿੱਚ ਕੀ ਹੁੰਦਾ ਵਾ, ਲਾਈਕ ਸਪੋਜ਼ ਆਪਾਂ ਬੇਸਮੈਂਟ ਰੈਂਟ ਤੇ ਲੈਣੀ ਆ, ਸੋ ਆਪਾਂ ਅਕਤੂਬਰ ਤੋਂ ਲਾਈਕ ਮੂਵ ਕਰਨਾ ਵਾ। ਸੋ ਕੀ ਹੁੰਦਾ ਵਾ ਕਿ ਓਨਰ ਤੁਹਾਡਾ 2 ਮੰਥਸ ਦਾ ਰੈਂਟ ਲੈਂਦਾ ਵਾ। ਲਾਈਕ ਇੱਕ ਤਾਂ ਜਿਹੜੇ ਮਹੀਨੇ ਤੁਸੀਂ ਮੂਵ ਕਰਨਾ, ਇੱਕ ਜਿਹੜਾ ਹੁੰਦਾ ਵਾ ਲਾਸਟ ਮੰਥ ਦਾ ਇਨਕਲੂਡ ਹੁੰਦਾ। ਤਾਂ ਬੇਸਿਕ ਰੀਜ਼ਨ ਇਹ ਹੁੰਦਾਗਾ ਕਿ ਜਿਹੜਾ ਤੁਹਾਡਾ ਲਾਸਟ ਤੇ ਰੈਂਟ ਲਿਆ ਹੋਇਆ ਹੁੰਦਾ, ਉਹ ਇਦਾਂ ਹੁੰਦਾ ਵੀ ਜਦੋਂ ਤੁਸੀਂ ਘਰ ਨੂੰ ਛੱਡ ਕੇ ਜਾਣਾ ਜਾਂ ਤੁਸੀਂ ਕਿਤੇ ਮੂਵ ਹੋਣਾ, ਸੋ ਉਹ ਇੱਕ ਤਰ੍ਹਾਂ ਦੀ ਇੱਕ ਸਿਕਿਉਰਿਟੀ ਹੋ ਜਾਂਦੀ ਆ ਓਨਰ ਦੇ ਲਈ ਹਨਾ, ਕਿ ਉਹਦੇ ਕੋਲੇ ਆਲਰੇਡੀ ਲਾਸਟ ਮੰਥ ਦਾ ਗਿਆ ਹੁੰਦਾ ਤੇ ਅਸੀਂ ਉਸ ਮੰਥ ਦੱਸ ਦਿੰਦੇ ਹਾਂ ਕਿ ਅਸੀਂ ਨੈਕਸਟ ਮੰਥ ਮੂਵ ਹੋ ਜਾਣਾ। ਸੋ ਉਸ ਟਾਈਮ ਪੀਰੀਅਡ ਦੇ ਵਿੱਚ ਓਨਰ ਕੋਈ ਹੋਰ ਨਿਊ ਟੈਨੈਂਟ ਜਿਹੜੇ ਲੱਭ ਲੈਂਦਾ, ਕਿਉਂਕਿ ਜੇ ਉਹ ਰੈਂਟ ਨਾ ਓਨਰ ਲਵੇ ਤਾਂ ਤੁਸੀਂ ਲਾਈਕ ਅਗਲੇ ਮਹੀਨੇ ਛੱਡਣਾ ਤਾਂ ਤੁਸੀਂ 10 ਦਿਨ ਪਹਿਲਾਂ ਓਨਰ ਨੂੰ ਕਹਿ ਦਿਓ ਕਿ ਛੱਡਣਾ, ਤੇ ਓਨਰ ਨੂੰ ਵੀ ਕੋਈ ਆਪਸ਼ਨ ਨਹੀਂ ਮਿਲੂਗੀ ਤੇ ਓਨਰ ਦੀ ਮਾਰਗੇਜ ਆਉਂਦੀ ਹੈ, ਉਹਦੇ ਲਈ ਵੀ ਪ੍ਰੋਬਲਮ ਕ੍ਰੀਏਟ ਹੋਊਗੀ। ਪਲੱਸ ਤੁਹਾਨੂੰ ਇੱਕ ਸਿਕਿਉਰਿਟੀ ਦੇਣੀ ਪੈਂਦੀ ਆ ਨਾ, ਸ਼ਾਇਦ ਬੇਸਮੈਂਟ ਦੇ ਵਿੱਚ ਬਹੁਤ ਘੱਟ ਲੈਂਦੇ ਨੇ, ਘਰ ਦੇ ਵਿੱਚ ਤੁਹਾਨੂੰ ਦੇਣੀ ਪੈਂਦੀ ਆ, ਕਿਉਂਕਿ ਸਿਕਿਉਰਿਟੀ ਹੁੰਦੀ ਹੈ ਕਿ ਕੱਲ ਨੂੰ ਜਦੋਂ ਤੁਸੀਂ ਘਰ ਛੱਡਣਾ, ਮੂਵ ਕਰਨਾ, ਕੋਈ ਚੀਜ਼ ਡੈਮੇਜ ਕਰਕੇ ਗਏ ਹੋ ਜਾਂ ਕੋਈ ਪ੍ਰੋਬਲਮ ਹੋਈ ਵੀ ਹੈ ਨਾ, ਫਿਰ ਉਹ ਸਿਕਿਉਰਿਟੀ ਤੁਹਾਡੀ ਕੱਟੀ ਜਾਂਦੀ ਆ। ਇਹ ਚੀਜ਼ਾਂ ਪਹਿਲਾਂ ਨਹੀਂ ਚੱਲਦੀਆਂ ਸੀਗੀਆਂ, ਪਰ ਕੀ ਹੋਇਆ ਕਿ ਜਦੋਂ ਇਮੀਗ੍ਰੈਂਟਸ ਜ਼ਿਆਦਾ ਆਉਣ ਲੱਗ ਗਏ ਹਨਾ, ਕੁਝ ਲੋਕਾਂ ਨੇ ਜਦੋਂ ਖਰਾਬ ਕੀਤਾ ਓਨਰਸ ਨੂੰ, ਫਿਰ ਉਹਨਾਂ ਨੇ ਇੱਕ ਆਪਦੀ ਸੇਫ ਸਾਈਡ ਰੱਖਣ ਦੇ ਲਈ ਇਹ ਸਾਰਾ ਕੁਝ ਜਿਹੜਾ ਸਟਾਰਟ ਕੀਤਾ। ਇਹ ਸਟੈਪ ਸਾਰੇ ਜਿਹੜੇ ਉਹਨਾਂ ਨੇ ਲਏ। ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿਵੇਂ ਹੁਣ ਆਪਾਂ ਘਰ ਲੈਣੇ ਆ, ਇੱਥੇ ਏਦਾਂ ਨਹੀਂ ਹੁੰਦਾ ਕਿ ਚਲੋ ਆਪਾਂ ਕਹਿ ਦਿੱਤਾ ਕਿ ਹਾਂ ਮੈਂ ਘਰ ਲੈਣਾ ਵਾ ਤੇ ਓਕੇ ਗੱਲ ਹੋ ਗਈ। ਇੱਥੇ ਕੀ ਹੁੰਦਾ ਵਾ ਕਿ ਓਨਰ ਤੁਹਾਨੂੰ ਬਕਾਇਦਾ ਇੱਕ ਪੇਪਰ ਬਣਾ ਕੇ ਦਿੰਦਾ ਵਾ, ਉਹਨਾਂ ਪੇਪਰਸ ਨੂੰ ਆਪਾਂ ਕਹਿੰਦੇ ਆ ਲੀਜ਼। ਸੋ ਕਈ ਵਾਰ ਤਾਂ ਹੁੰਦਾ ਵਾ ਕਿ ਓਨਰ 6 ਮਹੀਨੇ ਦੀ ਲੀਜ਼ ਬਣਾ ਦਿੰਦਾ, ਉਹ ਤੁਹਾਨੂੰ ਪੁੱਛ ਲੈਂਦਾ ਕਿ ਤੁਸੀਂ ਕਿੰਨਾ ਟਾਈਮ ਰਹਿਣਾ ਵਾ, ਤੇ ਕਈ ਵਾਰ ਉਹ ਸਾਲ ਦੀ ਲੀਜ਼ ਬਣ ਜਾਂਦੀ ਹੈ। ਸੋ ਉਹ ਲੀਜ਼ ਦੇ ਵਿੱਚ ਤੁਹਾਡਾ ਨਾਮ ਲਿਖਿਆ ਹੁੰਦਾ ਵਾ ਕਿ ਕਿਹਦੇ ਲਾਈਕ ਜੇ ਤੁਸੀਂ 4 ਜਾਣੇ ਹੋ ਤਾਂ ਉਹ 4 ਜਾਣਿਆਂ ਦੇ ਨਾਮ ਦੇ ਉੱਤੇ ਡਾਕੂਮੈਂਟਸ ਬਣਦੇ ਆ, ਉਹਨਾਂ ਦੀ ਆਈਡੀਜ਼ ਲਈਆਂ ਜਾਂਦੀਆਂ ਕਿ ਇਨ ਕੇਸ ਕੋਈ ਵੀ ਪ੍ਰੋਬਲਮ ਹੋਵੇ ਤੇ ਉਹਨਾਂ ਨੂੰ ਪਤਾ ਹੋਵੇ ਕਿ ਘਰ ਦੇ ਵਿੱਚ ਕੌਣ-ਕੌਣ ਰਹਿੰਦਾ ਵਾ। ਉਹ ਇੱਕ ਲੀਗਲੀ ਡਾਕੂਮੈਂਟ ਹੁੰਦਾਗਾ। ਬਟ ਬਹੁਤੇ ਕਈ ਕਹਿ ਦਿੰਦੇ ਆ ਕਿ ਚਲੋ ਸਾਨੂੰ ਕੈਸ਼ ਦੇ ਦਿਓ, ਜਾਂ ਆਪਾਂ ਬੇਸਮੈਂਟ ਲੈਣੇ ਉਸ ਟਾਈਮ ਆਪਾਂ ਲੀਜ਼ ਨਹੀਂ ਕਰਾਉਂਦੇ ਹਨਾ, ਪਰ ਇਸ ਚੀਜ਼ ਦੇ ਵਿੱਚ ਆਪਾਂ ਨੂੰ ਪੇਪਰ ਵਰਕ ਬਹੁਤ ਜ਼ਿਆਦਾ ਜ਼ਰੂਰੀ ਆ ਨਾ, ਤੁਹਾਡੇ ਕੋਲ ਪੇਪਰ ਵਰਕ ਹੋਣਾ ਚਾਹੀਦਾ, ਚਾਹੇ ਤੁਸੀਂ ਬੇਸਮੈਂਟ ਲੈ ਰਹੇ ਹੋ, ਚਾਹੇ ਤੁਸੀਂ ਆਪਣਾ ਘਰ ਲੈ ਰਹੇ ਹੋ ਹਨਾ, ਕਿਉਂਕਿ ਇਹ ਇੱਕ ਡਾਕੂਮੈਂਟ ਹੁੰਦਾ, ਕੱਲ ਨੂੰ ਤੁਹਾਡੀ ਕੋਈ ਅਣਬਣ ਹੁੰਦੀ ਹੈ, ਕੁਝ ਵੀ ਹੁੰਦਾ, ਤੁਹਾਡੇ ਕੋਲ ਇੱਕ ਪ੍ਰੂਫ ਹੁੰਦਾ ਹਨਾ ਕਿ ਹਾਂ ਤੁਹਾਡਾ ਕੀ ਐਗਰੀਮੈਂਟ ਹੋਇਆ ਸੀ, ਕਿੰਨਾ ਤੁਹਾਡਾ ਰੈਂਟ ਹੋਇਆ ਸੀ। ਪਲੱਸ ਜਿਹੜਾ ਇਹ ਤੁਸੀਂ ਲਾਈਕ ਪੇਮੈਂਟ ਤੁਸੀਂ ਕਰਦੇ ਹੋ,
ਤੁਸੀਂ ਡਾਕੂਮੈਂਟ ਤੇ ਜੋ ਲਾਈਕ ਤੁਸੀਂ ਲੀਜ਼ ਕਰਦੇ ਹੋ ਜਾਂ ਕੁਝ ਵੀ, ਇਹ ਤੁਹਾਨੂੰ ਰੱਖਣਾ ਚਾਹੀਦਾ। ਜਦੋਂ ਤੁਸੀਂ 1 ਸਾਲ ਤੋਂ ਬਾਅਦ ਤੁਸੀਂ ਟੈਕਸ ਪੇ ਕਰਦੇ ਹੋ, ਉਹਦੇ ਵਿੱਚ ਤੁਹਾਡਾ ਇਹ ਰੈਂਟ ਇਨਕਲੂਡ ਹੋ ਜਾਂਦਾ ਤੇ ਤੁਹਾਨੂੰ ਟੈਕਸ ਦੇ ਵਿੱਚ ਰਿਟਰਨ ਕੁਛ ਨਾ ਕੁਛ ਅਮਾਊਂਟ ਆ ਜਾਂਦੀ ਆ। ਸਾਨੂੰ ਵੀ, ਅਸੀਂ ਵੀ ਜਦੋਂ ਰੈਂਟ ਆਊਟ ਘਰ ਕੀਤਾ ਸੀ ਹਨਾ, ਸਾਨੂੰ ਵੀ ਲਾਈਕ $50 ਐਵਰੀ ਮੰਥ ਸਾਨੂੰ ਆਉਂਦੇ ਰਹੇ ਹੈਗੇ ਹਨਾ, ਕਿਉਂਕਿ ਅਸੀਂ ਗਵਰਨਮੈਂਟ ਨੂੰ ਸ਼ੋਅ ਕੀਤਾ ਸੀਗਾ ਕਿ ਅਸੀਂ ਰੈਂਟਿੰਗ ਪ੍ਰੋਪਰਟੀ ਤੇ ਰਹਿ ਰਹੇ ਹਾਂ ਹਨਾ, ਰੈਂਟ ਪੇ ਕਰ ਰਹੇ ਹਾਂ। ਸੋ ਇਹ ਤੁਹਾਡੇ ਲਈ ਇੱਕ ਪਲੱਸ ਪੁਆਇੰਟ ਜ਼ਰੂਰ ਹੁੰਦਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੇਸਮੈਂਟਾਂ ਜਾਂ ਘਰ ਇਹ ਲੱਭੇ ਕਿੱਦਾਂ ਜਾਂਦੇ ਆ ਹਨਾ, ਕੀ ਇੱਦਾਂ ਦਾ ਸਿਸਟਮ ਹੈਗਾ ਇੱਥੇ। ਸੋ ਸਭ ਤੋਂ ਪਹਿਲੀ ਚੀਜ਼ ਤਾਂ ਹੁੰਦੀ ਹੈ ਕਿ ਕਚੀਜੀ ਐਪਲੀਕੇਸ਼ਨ ਹਨਾ, ਇੱਕ ਐਪਲੀਕੇਸ਼ਨ ਹੈ ਕਚੀਜੀ। ਉੱਥੇ ਲੋਕਾਂ ਨੇ ਬਹੁਤ ਸਾਰੀਆਂ ਬੇਸਮੈਂਟਸ ਪਾਈਆਂ ਹੁੰਦੀਆਂ ਹਨਾ, ਘਰ ਪਾਏ ਹੁੰਦੇ ਰੈਂਟ ਦੇ ਲਈ। ਤੁਸੀਂ ਉਹਨਾਂ ਨਾਲ ਕੰਟੈਕਟ ਕਰਦੇ ਹੋ, ਉਹਨਾਂ ਨੇ ਪਲੱਸ ਰੈਂਟ ਪਾ ਕੇ ਸਾਰੀ ਡਿਸਕ੍ਰਿਪਸ਼ਨ ਦਿੱਤੀ ਹੁੰਦੀ ਵੀ ਕਿੰਨੇ ਬੈਡਰੂਮ ਘਰ ਆ, ਐਂਡ ਫੋਟੋਜ਼ ਵੀ ਉਹਦੇ ਵਿੱਚ ਹੀ ਪਾਈਆਂ ਹੁੰਦੀਆਂ ਬਸ ਤੁਸੀਂ ਫੋਟੋਜ਼ ਵੀ ਦੇਖ ਲੈਂਦੇ ਹੋ ਕਿ ਹਾਂ ਐਦਾਂ ਦਾ ਘਰ ਆ। ਸੈਕੰਡ ਚੀਜ਼ ਕੀ ਹੁੰਦੀ ਹੈ ਕਿ ਆਪਣੇ ਪੰਜਾਬੀ ਸਟੋਰ ਆ ਗਏ ਹੁਣ ਐਦਾਂ ਦੇ ਹੁੰਦੇ ਕਿ ਜਿਨ੍ਹਾਂ ਨੂੰ ਪਤਾ ਨਹੀਂ ਜਿਨ੍ਹਾਂ ਹੁੰਦਾ, ਨੂੰ ਪਤਾ ਨਹੀਂ ਪਤਾ ਕਿ ਇੱਕ ਚੀਜ਼ ਕਿੱਦਾਂ ਯੂਜ਼ ਕਰਨੀ ਹੈ। ਸੋ ਇੱਕ ਪੇਪਰ ਦੇ ਉੱਤੇ ਲਿਖ ਕੇ ਲਾਈਕ ਇੱਕ ਇਸ਼ਤਿਹਾਰ ਵਾਂਗੂ ਉਹ ਜਿਹੜੇ ਆ ਜਿਵੇਂ ਗੁਰਦੁਆਰੇ ਹੋ ਗਏ, ਗੁਰਦੁਆਰਿਆਂ ਦੇ ਬਾਹਰ ਚਿਪਕਾ ਦਿੰਦੇ ਆ। ਉੱਥੋਂ ਤੁਸੀਂ ਦੇਖ ਸਕਦੇ ਹੋ ਹਨਾ, ਜੇਕਰ ਤੁਸੀਂ ਜਾ ਰਹੇ ਹੋ। ਮਤਲਬ ਕਿ ਬਹੁਤਿਆਂ ਨੂੰ ਤਾਂ ਪਤਾ ਹੀ ਆਣਾ ਇਹ ਚੀਜ਼ਾਂ ਬਾਰੇ, ਪਰ ਜਿਹੜੇ ਨਵੇਂ ਆ ਰਹੇ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਹਨਾ, ਇਸੇ ਕਰਕੇ ਦੱਸ ਰਹੇ ਆ। ਇੰਡੀਆ ਤੋਂ ਤੁਸੀਂ ਨਵੇਂ ਆ ਰਹੇ ਹੋ ਹਨਾ, ਵੀ ਇੰਡੀਆ ਤੋਂ ਤੁਸੀਂ ਆਪਣੇ ਪਹਿਲਾਂ ਹੀ ਆਪਣਾ ਰੂਮ ਕਿੱਦਾਂ ਫਾਈਂਡ ਆਊਟ ਕਰ ਸਕਦੇ ਹੋ। ਸਭ ਤੋਂ ਪਹਿਲੀ ਚੀਜ਼ ਜਦੋਂ ਤੁਸੀਂ ਇੰਡੀਆ ਤੋਂ ਆ ਰਹੇ ਹੋ, ਤੁਸੀਂ ਦੇਖੋ ਹਨਾ ਵੀ ਤੁਸੀਂ ਕਿੱਥੇ ਰਹਿਣਾ, ਕਿਹੜੇ ਕਾਲਜ 'ਚ ਆ ਰਹੇ ਹੋ। ਫਿਰ ਤੁਸੀਂ ਕਾਲਜ ਦਾ ਇੱਕ ਬਹੁਤ ਸਾਰੇ ਕਾਲਜਾਂ ਦੇ ਨਾ ਗਰੁੱਪ ਬਣੇ ਹੋਏ ਆਗੇ ਫੇਸਬੁੱਕ ਤੇ। ਤੁਸੀਂ ਫੇਸਬੁੱਕ ਤੇ ਜਾ ਕੇ ਕਾਲਜ ਗਰੁੱਪ ਫਾਈਂਡ ਆਊਟ ਕਰਕੇ ਨਾ ਉਸ ਕਾਲਜ ਦਾ, ਜਿਵੇਂ ਲੈਂਪਟਨ ਕਾਲਜ ਦਾ ਵੀ ਬਣਿਆ ਹੋਇਆ, ਹੋਰ ਬਹੁਤ ਸਾਰੇ ਕਾਲਜਾਂ ਦੇ ਬਣੇ ਹੋਏ ਆ। ਉੱਥੇ ਨੀਚੇ ਤੁਸੀਂ ਲੇਟੈਸਟ ਪੋਸਟ ਦੇ ਉੱਪਰ ਜਾ ਕੇ ਜਾਂ ਤੁਸੀਂ ਆਪਣੀ ਪੋਸਟ ਛੱਡ ਦਿਓ ਜਾਂ ਤੁਸੀਂ ਉੱਥੇ ਕਮੈਂਟ ਕਰ ਦਿਓ ਵੀ ਹਾਂ ਮੈਨੂੰ ਸ਼ੇਅਰਿੰਗ ਦੇ ਵਿੱਚ ਰੂਮ ਚਾਹੀਦਾ ਜਾਂ ਘਰ ਚਾਹੀਦਾ, ਤੁਹਾਨੂੰ ਉੱਥੋਂ ਤੁਹਾਡਾ ਫਰੈਂਡ ਸਰਕਲ ਆ ਜਿਹੜਾ ਬਹੁਤ ਮਿਲ ਜਾਂਦਾ। ਸੈਕਿੰਡ ਚੀਜ਼ ਹੁੰਦੀ ਹੈ ਕਚੀਜੀ, ਜਿਹੜੀ ਤੁਹਾਨੂੰ ਆਲਰੇਡੀ ਅਸੀਂ ਦੱਸ ਚੁੱਕੇ ਹਾਂ ਨਾ। ਕਚੀਜੀ ਤੋਂ ਵੀ ਤੁਸੀਂ ਇੰਡੀਆ ਤੋਂ ਹੀ ਬੈਠੇ ਬੈਠੇ ਕੈਨੇਡੀਅਨ ਜਿਹੜੀ ਐਪਲੀਕੇਸ਼ਨ ਹੈ kachiji.ca ਹੈ ਨਾ, ਇਹਦੇ ਉੱਪਰ ਤੁਸੀਂ ਆਪਣੀ ਅਕੋਮੋਡੇਸ਼ਨ ਲੱਭ ਸਕਦੇ ਹੋ। ਇਸ ਕਰਕੇ ਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਆ ਹਨਾ ਕਿ ਮੈਨੂੰ ਘਰ ਚਾਹੀਦਾ ਜਾਂ ਰੂਮ ਚਾਹੀਦਾ। ਹਾਂ, ਪਰ ਇੱਕ ਚੀਜ਼ ਤੋਂ ਤੁਸੀਂ ਬਹੁਤ ਧਿਆਨ ਰੱਖਣਾ ਨਾ ਕਿ ਅਕੋਮੋਡੇਸ਼ਨ ਦੇ ਨਾਮ ਤੇ ਸਕੈਮ ਬਹੁਤ ਹੋ ਰਿਹਾ। ਸਕੈਮ ਕਿੱਦਾਂ ਹੋ ਰਿਹਾ? ਕਚੀਜੀ ਤੇ ਕੋਈ ਲਾਈਕ ਫੇਕ ਅਕੋਮੋਡੇਸ਼ਨ ਪਾ ਕੇ, ਫੇਕ ਆਪਣਾ ਘਰ ਦਾ ਐਡਰੈਸ ਪਾ ਕੇ, ਫੋਟੋਆਂ ਪਾ ਕੇ ਹਨਾ, ਤੇ ਉਹ ਲਾਈਕ ਆਪਾਂ ਇੰਡੀਆ ਬੈਠੇ ਹੁੰਦੇ, ਆਪਾਂ ਕਈ ਵਾਰੀ ਕੰਟੈਕਟ ਕਰ ਲੈਂਦੇ ਉਹਨਾਂ ਨਾਲ, ਤੇ ਉਹ ਕਹਿੰਦੇ ਹਾਂਜੀ ਹੈਗਾ, ਤੁਹਾਨੂੰ ਫੋਟੋਆਂ ਭੇਜਤੀਆਂ। ਤੁਹਾਨੂੰ ਨਹੀਂ ਪਤਾ ਕਿ ਐਕਚੁਅਲ ਦੇ ਵਿੱਚ ਉਹ ਐਡਰੈਸ ਹੈਗਾ ਜਾਂ ਨਹੀਂ ਹੈਗਾ, ਜਾਂ ਐਕਚੁਅਲ ਦੇ ਵਿੱਚ ਉਹ ਅਕੋਮੋਡੇਸ਼ਨ ਹੈਗੀ ਹੈ ਕਿ ਨਹੀਂ ਹੈਗੀ। ਫਿਰ ਤੁਹਾਡੇ ਤੋਂ, ਕਿਉਂਕਿ ਜਦੋਂ ਵੀ ਤੁਸੀਂ ਜਗ੍ਹਾ ਪੱਕੀ ਕਰਨੀ ਹੈ ਰਹਿਣ ਲਈ ਹਨਾ, ਇੱਕ ਕਨਫਰਮ ਕਰਨਾ ਵੀ ਹਾਂ ਮੈਂ ਇੱਥੇ ਰਹਿਣਾ, ਤਾਂ ਤੁਹਾਨੂੰ ਜਿਹੜਾ ਫਸਟ ਆ ਉਹ ਪਹਿਲਾਂ ਹੀ ਦੇਣਾ ਪੈਂਦਾ ਵੀ ਕੁਛ ਅਮਾਊਂਟ, ਜਿਵੇਂ $200-300 ਤੁਹਾਨੂੰ ਦੇਣਾ ਪੈਂਦਾ ਕਿ ਜਿਹੜੀ ਤੁਹਾਡੀ ਅਕੋਮੋਡੇਸ਼ਨ ਆ ਉਹ ਲਾਈਕ ਕਨਫਰਮ ਹੋ ਗਈ, ਤੁਸੀਂ ਇੱਥੇ ਆ ਕੇ ਰਹਿਣਾ। ਸੋ ਉਹ ਤੋਂ ਬਿਨਾਂ ਇੱਥੇ ਕਨਫਰਮ ਨਹੀਂ ਕਰਦੇ ਹਨਾ, ਵੀ ਆਪਣੀ ਲਾਈਕ ਜ਼ਬਾਨ ਨਹੀਂ ਚੱਲਦੀ ਇੱਥੇ ਹਨਾ, ਤੁਹਾਡਾ ਪੈਸਾ ਚੱਲਦਾ ਵੀ ਤੁਹਾਨੂੰ ਪੈਸਾ ਤੁਹਾਨੂੰ ਦੇਣਾ ਪੈਂਦਾ। ਤੇ ਫਿਰ ਉਹ ਕਈ ਵਾਰੀ ਸਕੈਮ ਹੁੰਦਾ ਤਾਂ ਆਪਾਂ ਪੈਸੇ ਫੰਡ ਕਰ ਦਿੰਦੇ, ਆਪਾਂ ਨੂੰ ਪੇ ਕਰ ਦਿੰਦੇ ਹੈਗੇ, ਤੇ ਫਿਰ ਆਪਾਂ ਇੱਧਰ ਆ ਕੇ ਦੇਖਦੇ ਹਾਂ ਤੇ ਅਕੋਮੋਡੇਸ਼ਨ ਕੁਛ ਹੁੰਦਾ ਹੀ ਨਹੀਂ, ਉੱਦਾਂ ਦਾ ਕੋਈ ਐਡਰੈਸ ਨਹੀਂ ਹੁੰਦਾ ਨਾ। ਇੱਦਾਂ ਦਾ ਸਕੈਮ ਚੱਲ ਰਿਹਾ, ਇਹ ਸਕੈਮ ਤੋਂ ਜ਼ਰੂਰ ਬਚਿਓ ਹਨਾ। ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਜੇ ਤੁਸੀਂ ਉਹਨੂੰ ਕੋਈ ਜਗ੍ਹਾ ਮਿਲੀ ਹੈ, ਜੇ ਕੋਈ ਤੁਹਾਡਾ ਫਰੈਂਡ ਸਰਕਲ ਕਿਤੇ ਰਹਿ ਰਿਹਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਓ, ਉਹਨਾਂ ਨੂੰ ਪੁੱਛ ਲਓ ਹਨਾ ਕਿ ਇਹ ਜਗ੍ਹਾ ਇੱਥੇ ਹੈਗੀ ਹੈ, ਜਾਂ ਉਹ ਕਈ ਵਾਰੀ ਜਾ ਕੇ ਮਿਲ ਕੇ ਆ ਸਕਦੇ ਆ ਹਨਾ, ਇੱਦਾਂ ਤੁਹਾਡੀ ਹੈਲਪ ਹੋ ਸਕਦੀ ਹੈਗੀ। ਤੇ ਇਹ ਸਾਰੇ ਤਰੀਕੇ ਹੈਗੇ ਹਨਾ, ਬੇਸਮੈਂਟਾਂ ਜਾਂ ਘਰ ਜਾਂ ਕੁਝ ਵੀ ਲੱਭਣਾ। ਇੱਕ ਆਪਾਂ ਇੱਥੇ ਗੱਲ ਕਰਦੇ ਕਿ ਜਦੋਂ ਆਪਾਂ ਘਰ ਜਾਂ ਬੇਸਮੈਂਟ ਲੈਨੇ ਕਿ ਉਹਦੇ ਵਿੱਚ ਆਪਾਂ ਨੂੰ ਫਰਨੀਚਰ ਮਿਲਦਾ ਵਾ, ਕਿ ਮੈਟ੍ਰਿਸ ਵਗੈਰਾ, ਗੱਦਾ ਵਗੈਰਾ, ਬੈੱਡ ਵਗੈਰਾ ਸਾਰਾ ਕੁਝ ਮਿਲਦਾ। ਸੋ ਬੇਸਿਕਲੀ ਕਈ ਵਾਰ ਤਾਂ ਕੀ ਹੁੰਦਾ ਵਾ ਕਿ ਓਨਰ ਕੋਲੇ ਲਾਈਕ ਕੋਈ ਕੁਝ ਸਮਾਨ ਪਿਆ ਹੁੰਦਾ ਜਿਹੜਾ ਐਕਸਟਰਾ ਹੁੰਦਾ, ਉਹ ਤੁਹਾਨੂੰ ਕਹਿ ਲੈਂਦਾ ਕਿ ਆ ਮੇਰਾ ਸਮਾਨ ਯੂਜ਼ ਕਰ ਲਿਓ। ਪਰ ਵੈਸੇ ਲਾਈਕ ਇਹ ਕੋਈ ਓਨਰ ਦਾ ਨਹੀਂ ਹੁੰਦਾ ਕਿ ਉਹਨੇ ਤੁਹਾਨੂੰ ਸਮਾਨ ਦੇਣਾ ਹੀ ਦੇਣਾ ਵਾ। ਕਈ ਵਾਰ ਘਰ ਤੁਹਾਨੂੰ ਖਾਲੀ ਵੀ ਮਿਲਦੇ ਆ, ਉਹਦੇ ਵਿੱਚ ਜਿਹੜਾ ਫਰਨੀਚਰ ਆ ਉਹ ਤੁਹਾਨੂੰ ਆਪ ਲੈ ਕੇ ਆਉਣਾ ਪੈਂਦਾ ਵਾ। ਸੋ ਫਰਨੀਚਰ ਜੇ ਤੁਸੀਂ ਲੈਣਾ, ਕੁਝ ਵੀ ਲੈਣਾ, ਤਾਂ ਤੁਸੀਂ ਸੇਮ ਕਚੀਜੀ ਐਪਲੀਕੇਸ਼ਨ ਵਰਤ ਸਕਦੇ ਹੋ। ਤੁਹਾਨੂੰ ਕਈ ਵਾਰੀ ਯੂਜ਼ਡ ਕਈ ਵਾਰੀ ਇਦਾਂ ਹੁੰਦਾ, ਕੁਝ ਲੋਕ ਇੱਥੋਂ ਮੂਵ ਹੋ ਰਹੇ ਹੁੰਦੇ, ਕਈਆਂ ਨੇ ਵੈਨਕੂਵਰ ਜਾਣਾ ਜਾਂ ਕਿਤੇ ਹੋਰ ਜਾਣਾ। ਸੋ ਸਮਾਨ ਕੋਈ ਨਹੀਂ ਲੈ ਕੇ ਜਾਂਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਕਿਉਂਕਿ ਬਹੁਤ ਜ਼ਿਆਦਾ ਕੋਸਟਲੀ ਪੈਂਦਾ, ਉਹਨੇ ਦਾ ਸਮਾਨ ਨਹੀਂ ਹੁੰਦਾ ਜਿੰਨਾ ਉੱਥੋਂ ਟਰਾਂਸਪੋਰਟੇਸ਼ਨ ਦਾ ਖਰਚਾ ਜਿਹੜਾ ਆ ਜਾਂਦਾ। ਸੋ ਕਚੀਜੀ ਦੇ ਪਾ ਦਿੰਦੇ ਆ, ਜਾਂ ਇੱਥੇ ਫੇਸਬੁੱਕ ਮਾਰਕੀਟ ਪਲੇਸ ਹੈਗੀ, ਉੱਥੋਂ ਤੁਹਾਨੂੰ ਇਦਾਂ ਦਾ ਸਮਾਨ ਮਿਲ ਸਕਦਾ ਕਿ ਤੁਸੀਂ ਆਪਦੇ ਪੈਸੇ ਵੀ ਬਚਾ ਸਕਦੇ ਹੋ। ਪਰ ਇੱਕ ਚੀਜ਼ ਤੁਹਾਨੂੰ ਰეკਮੈਂਡ ਕਰਦਾ ਨਾ, ਕਈ ਵਾਰੀ ਲੋਕਾਂ ਨੇ ਸਮਾਨ ਬਾਹਰ ਰੱਖਿਆ ਹੁੰਦਾ ਨਾ, ਉਹ ਤੁਸੀਂ ਨਾ ਲਿਓ। ਉਹਦਾ ਕਾਰਨ ਇਹ ਆ ਨਾ ਕਿ ਕਈ ਵਾਰੀ ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ, ਕੋਈ ਬਗਸ ਵਗੈਰਾ ਹੁੰਦੇ ਆ ਨਾ, ਇੱਕ ਬਗਸ ਦੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਇੱਥੇ। ਸੋ ਕਈ ਵਾਰੀ ਲੋਕਾਂ ਨੇ ਬਾਹਰ ਰੱਖਿਆ ਹੁੰਦਾ, ਫਿਰ ਕਈ ਵਾਰੀ ਆਪਾਂ ਦੇਖ ਕੇ ਲੈ ਚੱਲਦੇ ਹਾਂ ਵੀ ਬਹੁਤ ਵਧੀਆ ਸਮਾਨ ਪਿਆ ਨਾ, ਕਈ ਵਾਰੀ ਲੋਕ ਨਵਾਂ ਸਮਾਨ ਹੀ ਬਾਹਰ ਕੱਢ ਦਿੰਦੇ ਆ ਨਾ ਪ੍ਰੋਬਲਮ ਕਰਕੇ। ਤੇ ਉਹ ਚੀਜ਼ ਨਾ ਜੇ ਤੁਹਾਨੂੰ ਕਿਤੇ ਲੱਗੇ ਵੀ ਜਾਂ ਤਾਂ ਓਨਰ ਤੋਂ ਜਾ ਕੇ ਅੰਦਰ ਕਨਫਰਮ ਕਰ ਲਓ, ਕਈ ਤਾਂ ਵਧੀਆ ਵੀ ਹੁੰਦਾ, ਕਈ ਵਾਰ ਨਹੀਂ ਵੀ ਹੁੰਦਾ।
ਬਟ ਬੇਸਿਕਲੀ ਜੇ ਤੁਸੀਂ ਇੱਕ ਚੀਚੀ ਤੋਂ ਲੱਭੋਗੇ ਤਾਂ ਉੱਥੋਂ ਲਾਈਕ ਸਸਤਾ ਸਮਾਨ ਤੁਹਾਨੂੰ ਵਧੀਆ ਪ੍ਰਾਈਸ ਤੇ ਮਿਲ ਜਾਂਦਾ ਐਂਡ ਕੰਡੀਸ਼ਨ ਵੀ ਨਵੀਂ ਹੁੰਦੀ ਆ। ਤੇ ਸੋ ਇਹ ਸੀਗੀ ਅੱਜ ਦੀ ਵੀਡੀਓ। ਹਾਂ, ਤੁਸੀਂ ਕਿਵੇਂ ਅਕੋਮੋਡੇਸ਼ਨ ਲੱਭ ਸਕਦੇ ਹੋ ਤੇ ਕਿੰਨੇ ਤਰ੍ਹਾਂ ਦੀ ਅਕੋਮੋਡੇਸ਼ਨ ਹੁੰਦੀ ਆ। ਸੋ ਆਪਾਂ ਨੈਕਸਟ ਵੀਡੀਓ ਕਰਾਂਗੇ ਹਨਾ। ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਦੋਂ ਤੁਸੀਂ ਇੰਡੀਆ ਤੋਂ ਕੈਨੇਡਾ ਐਜ਼ ਅ ਸਟੂਡੈਂਟ ਆਉਣਾ, ਕੀ ਸਮਾਨ ਤੁਹਾਨੂੰ ਜ਼ਰੂਰੀ ਆ, ਕੀ ਸਮਾਨ ਤੁਸੀਂ ਲੈ ਕੇ ਆ ਸਕਦੇ ਹੋ ਹਨਾ। ਪੈਕਿੰਗ, ਮੇਨ ਪੈਕਿੰਗ, ਉਸ ਤੇ ਆਪਾਂ ਵੀਡੀਓ ਬਣਾਵਾਂਗੇ। ਤੇ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਤੇ ਜੇ ਪਸੰਦ ਆਈ ਤਾਂ ਕੀ ਕਰਨਾ, ਇਹਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜੇਕਰ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਤਾਂ ਸਾਨੂੰ ਇੰਸਟਾਗ੍ਰam ਤੇ ਜਾ ਕੇ ਤੁਸੀਂ DM ਵੀ ਕਰ ਸਕਦੇ ਹੋ। ਸੋ ਅੱਜ ਲਈ ਇੰਨਾ ਹੀ। ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।